देखिए सर, जिन्होंने इनकी जो मेन इनकी मदर कंसर्न है ना, वो आरएसएस है और आरएसएस का नागपुर में हेडक्वार्टर है और 52 सालों तक उन्होंने कभी तिरंगा वहाँ नहीं लहरा। और इन लोगों को शर्म से मर जाना चाहिए कि इन्होंने तो शहीदों के तबूतों में से भी पैसे खाए हैं, ये किस मुंह से तिरंगा उठा रहे हैं। कुछ इधर उधर बयानबाजी ਹੁੰਦੀ ਸੀ ਕਿ ਲੋਕ ਠੰਡੇ ਪੈ ਗਏ ਆ ਔਰ ਅੱਜ ਦੀ ਗੱਲ ਅੱਜ ਦਾ ਇੱਕ ਇਕੱਠ ਵੇਖ ਕੇ ਸਾਨੂੰ ਲੱਗਦਾ ਅਸੀਂ ਲੋਕ ਥੋੜੇ ਜਿਹਾ ਵੇਸਲੇ ਜ਼ਰੂਰ ਹੋ ਸਕਦੇ ਹਾਂ ਪਰ ਅਸੀਂ ਅਜੇ ਠੰਡੇ ਨਹੀਂ ਹੋਏਗੇ। ਦੁਬਾਰੇ ਅੱਜ ਸਾਡੇ 'ਚ ਫਿਰ ਓਨਾ ਹੀ ਜੋਸ਼ ਹੈ। ਅੱਜ ਮੇਰੇ ਦੇਸ਼ ਦਾ ਕਿਸਾਨ ਪਿਛਲੇ 8-9 ਮਹੀਨਿਆਂ ਤੋਂ ਆਪਣੀਆਂ ਮੰਗਾਂ ਲਈ ਦਿੱਲੀ ਬਾਰਡਰ ਤੇ ਬੈਠਾ ਹੈ। ਮੇਰੇ ਦੇਸ਼ ਦਾ ਨੌਜਵਾਨ ਬੇਰੁਜ਼ਗਾਰੀ ਦੇ ਆਲਮ ਦੇ ਵਿੱਚ ਸੁਸਾਈਡ ਕਰ ਰਿਹਾ ਹੈ। ਮੇਰੇ ਦੇਸ਼ ਦੇ ਸ਼ਹੀਦਾਂ ਨੇ ਅਜਿਹੇ ਆਜ਼ਾਦ ਭਾਰਤ ਦਾ ਸੁਪਨਾ नहीं सी लिया। की बात में आपका स्वागत है। इलाहाबाद के अंदर तिरंगा यात्रा जो किसानों के द्वारा निकाली गई, वो मेरे साथ में अभी कुछ किसान साथी मेरे साथ में जिन्होंने अभी तिरंगा यात्रा निकाल कर अभी समापन इन्होंने किया है, मेरे साथ में बातचीत करेंगे। हाँ जी, किस तरह की तिरंगा यात्रा थी, कौन कौन लोग इस तिरंगा यात्रा के अंदर पहुँचे? हाँ जी, सब तो पहला तो तुहाडा बहुत बहुत धन्यवाद ਜਿਹੜਾ ਤੁਸੀਂ ਇਸ ਦੀ ਕਵਰੇਜ ਕਰਨ ਆਏ ਹੋ ਤਿਰੰਗਾ ਯਾਤਰਾ ਦੀ। ਬਹੁਤ ਬਹੁਤ ਧੰਨਵਾਦ ਜੀ। ਔਰ ਜਿੱਥੋਂ ਤੱਕ ਇਹਦੇ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਜਿੰਨਾ ਵੀ ਕਿਸਾਨੀ ਝੰਡੇ ਦੇ ਥੱਲੇ ਜਿੰਨੇ ਵੀ ਲੋਕ ਹੁਣ ਤੱਕ ਸੰਘਰਸ਼ ਕਰ ਰਹੇ ਆ, ਲਗਭਗ 8 ਤੋਂ 9 ਮਹੀਨੇ ਹੋ ਚੱਲੇ ਆ ਜਿੰਨੇ ਵੀ ਅਸੀਂ ਦਿੱਲੀ ਬੈਠੇ ਆ, ਤਾਂ ਇੱਕ ਛੋਟੀ ਜਿਹੀ ਕੋਲ ਵਿੱਚ ਜਿਹੜੇ ਲੋਕ ਆਏ ਆ ਇੱਥੇ ਇਸ ਸੰਘਰਸ਼ ਦੇ ਵਿੱਚ ਬਹੁਤ ਮਾਣ ਵਾਲੀ ਗੱਲ ਹੈ। ਜਿੱਥੋਂ ਸਾਨੂੰ ਲੱਗਦਾ ਸੀ ਕੁਛ ਇੱਧਰ ਉੱਧਰ ਬਿਆਨਬਾਜ਼ੀ ਹੁੰਦੀ ਸੀ ਕਿ ਲੋਕ ਠੰਡੇ ਪੈ ਗਏ ਆ ਔਰ ਅੱਜ ਦੀ ਗੱਲ ਅੱਜ ਦਾ ਇੱਕ ਇਕੱਠ ਵੇਖ ਕੇ ਸਾਨੂੰ ਲੱਗਦਾ ਅਸੀਂ ਲੋਕ ਥੋੜੇ ਜਿਹਾ ਵੇਸਲੇ ਜ਼ਰੂਰ ਹੋ ਸਕਦੇ ਹਾਂ ਪਰ ਅਸੀਂ ਅਜੇ ਠੰਡੇ ਨਹੀਂ ਹੋਏਗੇ। ਦੁਬਾਰੇ ਅੱਜ ਸਾਡੇ 'ਚ ਫਿਰ ਓਨਾ ਹੀ ਜੋਸ਼ ਹੈ ਇਸ ਤਿਰੰਗਾ ਯਾਤਰਾ ਨੂੰ ਲੈ ਕੇ। ਹਾਂਜੀ ਭਾਜੀ, ਆਪ ਕੀ ਕਹਿਣਾ ਚਾਹਤੇ ਹੋ? ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ। ਤੇ ਬਾਕੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਇਹ ਹੈ ਵੀ ਅੱਜ ਦਾ ਸਾਡਾ ਤਿਰੰਗਾ ਯਾਤਰਾ ਸੰਯੁਕਤ ਕਿਸਾਨ ਮੋਰਚਾ ਇਲਾਹਾਬਾਦ ਦਾ ਬਹੁਤ ਵਧੀਆ ਸਮਰਥਨ ਰਿਹਾ। ਇੱਕ ਸਾਡਾ ਸਹਿਯੋਗ ਦੇਣ ਵਾਸਤੇ ਅਸੀਂ ਬਹੁਤ ਪਿੰਡਾਂ 'ਚ ਗਏ ਹਾਂ, ਸਾਡਾ ਬਹੁਤ ਵਧੀਆ ਸਹਿਯੋਗ ਦਿੱਤਾ ਹੈ ਜੀ। ਬਾਕੀ ਅਸੀਂ ਤਿਰੰਗੇ ਦੀ ਇੱਜ਼ਤ ਕਰਦੇ ਹਾਂ। ਇਹ ਇੱਕ ਦੱਸਣ ਵਾਸਤੇ ਜਿਹੜੇ ਸਾਨੂੰ ਇਹ ਕਹਿੰਦੇ ਸੀ ਵੀ ਇਹ ਕਿਸਾਨ ਆ, ਇਹ ਤਿਰੰਗੇ ਦੀ ਇੱਜ਼ਤ ਨਹੀਂ ਕਰਦੇ, ਉਹਨਾਂ ਨੂੰ ਦੱਸਣ ਵਾਸਤੇ ਇਹ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀ। ਅਸੀਂ ਉੱਥੇ ਖਰੇ ਉਤਰੇ ਹਾਂ, ਅੱਗੇ ਵੀ ਖਰੇ ਉਤਰਦੇ ਰਹੇ ਹਾਂ। ਬਹੁਤ ਵਧੀਆ ਯਾਤਰਾ ਤੇ ਬਹੁਤ ਲੋਕਾਂ ਨੇ ਸਾਡਾ ਸਪੋਰਟ ਕਰੀ ਆ ਕਿਸਾਨ ਭਰਾ। ਤੇ ਸਰਕਾਰ ਅੱਗੇ ਸਾਡੀ ਇਹੀ ਬੇਨਤੀ ਆ ਜੀ, ਫੇਰ ਹੱਥ ਜੋੜ ਕੇ ਵੀ ਜਿਹੜੇ 3 ਕਾਲੇ ਕਾਨੂੰਨ ਆ ਇਹ ਜਲਦੀ ਤੋਂ ਜਲਦੀ ਰੱਦ ਕੀਤੇ ਜਾਣ ਜੀ। ਬਸ ਤਿਰੰਗਾ ਯਾਤਰਾ ਦੀ ਜਾਂ ਤਿਰੰਗੇ ਦੀ ਗੱਲ ਹੈ ਜਿਹੜਾ ਇਹ ਹਮੇਸ਼ਾ ਇੱਕ ਇਹ ਦਿਖਾਉਂਦੇ ਆ ਕਿ ਅੱਜ ਜਿਵੇਂ ਬੀਜੇਪੀ ਦੀ ਵੀ ਤਿਰੰਗਾ ਯਾਤਰਾ ਹੈ, ਇਹ ਦਿਖਾਉਂਦੇ ਆ ਕਿ ਸਾਡੇ ਨਾਲੋਂ ਜ਼ਿਆਦਾ ਰਾਸ਼ਟਰ ਭਗਤ ਕੋਈ ਨਹੀਂ। ਜਿਵੇਂ ਅਸੀਂ ਅੱਜ ਤਿਰੰਗਾ ਛਾਤੀ ਨਾਲ ਲਾ ਕੇ ਸਾਰਾ ਦਿਨ ਇਹ ਰੈਲੀ ਕੱਢੀ ਹੈ, ਇਸੇ ਤਰੀਕੇ ਨਾਲ ਇਹਨਾਂ ਦੇ ਵਿੱਚੋਂ ਜਿਹੜੀ ਅੱਜ ਰੈਲੀ ਹੈ ਉੱਥੇ ਜਾ ਕੇ ਦੇਖ ਸਕਦੇ ਹੋ ਇਹਨਾਂ ਦਾ ਜਾਂ ਕੋਈ ਨੇੜੇ ਤੇੜੇ ਇਹਨਾਂ ਦਾ ਕੋਈ ਰਿਸ਼ਤੇਦਾਰ ਵੀ ਕਦੇ ਤਿਰੰਗੇ 'ਚ ਇਸ ਤਰੀਕੇ ਨਾਲ ਤਿਰੰਗੇ ਦਾ ਸਨਮਾਨ ਕਰਦਾ ਹੋਵੇ ਜਾਂ ਤਿਰੰਗੇ 'ਚ ਲਪੇਟ ਕੇ ਆਇਆ ਹੋਵੇ। रूट बताइए आपका क्या रूट रहा? ठीक है, आज संयुक्त किसान मोर्चा के आह्वान पर इलाहाबाद संयुक्त किसान मोर्चा ने और सभी मजदूर व्यापारी और आज़ादी के परवाने जो साथी हैं सभी ने मिलजुल कर आज किसान तिरंगा यात्रा निकाली है। और इस तिरंगा यात्रा में मज़े की बात यह है कि जो राधे श्याम स्वतंत्रता सेनानी शहीद हुए थे बेरवाड़ा गांव से, उनके पिताजी जो बेगरा जी हैं उन्होंने आज झंडा फहराया यहाँ। उनसे झंडा फहराकर उसके बाद इस यात्रा की शुरुआत की गई। गांव तलवाड़ा, थोबरियाँ, मिर्ज़ापुर दोनों, अमरासर, बुड्ढी मेड़ी, प्रतापनगर, मौजूखेड़ा दोनों, करपाल पट्टी, आगे काफ़ी गांव से होता हुआ हरप्रभ आसरा और पौड़का गांव के बाद पूरे इलाहाबाद के शहर में से जो मार्केट में से ये तिरंगा यात्रा निकाली गई। और जो इस तिरंगा यात्रा का जोश था वो देखते ही बनता था जी। लोग बता रहे हैं कि एक पहले भी जो तथाकथित देशभक्त है उन्होंने कोई तिरंगा यात्रा सुबह सुबह निकाली है, उस तिरंगा यात्रा का और इस तिरंगा यात्रा का एक दिन रात का फ़र्क था। और मुझे इस बात का पूरा, वो भी एक संगठन की यात्रा थी, मानव संरक्षण कल्याण। देखिए जी, वो संगठन कहने को संगठन है लेकिन वो आरएसएस के सिस्टर कंसर्न हैं सारे। उसमें सब जो लोग थे वो बीजेपी के लोग थे और बीजेपी के ही किसी तथाकथित भगत से उन्होंने झंडा फहराया है। हमारा झंडा एक शहीद का पिता फहरा के गया है, उनका झंडा कोई तथाकथित भगत ने फहराया है। और आज जो जनता हमारे इस झंडे के नीचे तिरंगा झंडा को लेकर जो यात्रा निकाली है उनका जोश देखने वाला था। और देश आज़ाद हुआ था 15 अगस्त 1947 को, लेकिन आज आम जनता को इलाहाबाद में जो दबा कुचला भी वर्ग था उसको भी मायने पता चले हैं कि आज़ादी के मायने क्या होते हैं। और मुझे इस बात का पूर्ण विश्वास है कि आज तिरंगा में गर्वान्वित महसूस कर रहा होगा इन लोगों के हाथ में, क्योंकि देश के मजदूर, कमेरे और किसानों ने ही आज़ादी लेके आए थे। और इस तिरंगे को यहाँ तक पहुँचाने में उन मजदूर और दबे कुचले वर्ग का हाथ है जिसके हाथ में आज तिरंगा आया और उन्होंने किसान तिरंगा यात्रा निकाली। जिस तरह आप उस संगठन पे कह रहे हो, मानव संरक्षण कल्याण जो संगठन है इलाहाबाद का,
उसी के नेतृत्व के अंदर वो आज प्रोग्राम था, लेकिन आप उसको बीजेपी का एक आरएस का एसएस का और संज्ञा दे रहे हो उसको। देखिए, ये तो आप जैसे पत्रकार भाइयों ने हमें बताया कि वो आरएसएस का ही दूसरा रूप है। हमें तो मतलब ही नहीं है, हमें तो अपने काम से मतलब है। हमारे काम में जो था वो रिपोर्ट कार्ड हमें आप दोगे कि उनकी यात्रा क्या थी। उनकी यात्रा एक प्रोपोगंडा थी और हमारी यात्रा जो थी वो देश प्रेम की भावना से ओतप्रोत थी। ये आप और जो आज वाली यात्रा थी, आप किसी से भी पूछ लीजिए, जो किसान तिरंगा यात्रा आज किसानों ने निकाली है, मैं तो ये कहूँगा किसान, मजदूर, व्यापारी और हर दबा कुचला वर्ग इसमें शामिल था। और आप गांव में जाकर लोगों का व्यू जानिए, गांव में एक अलग ही तरह का जो है उसको लेकर उत्साह लोगों में जागा हुआ है। पूरा देश 15 अगस्त मना ਰਿਹਾ ਹੈ। ਦੇਸ਼ ਦੇ ਕੋਨੇ-ਕੋਨੇ ਵਿੱਚ 15 ਅਗਸਤ ਦਾ ਦਿਨ ਮਨਾਇਆ ਜਾ ਰਿਹਾ ਹੈ। ਅੱਜ ਦਾ ਦਿਨ ਸਾਡੇ ਦੇਸ਼ ਦੇ ਸ਼ਹੀਦਾਂ ਨੇ ਬੜੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਸਾਡਾ ਦੇਸ਼ ਆਜ਼ਾਦ ਹੋਇਆ। ਪਰ ਅੱਜ ਫਿਰ ਇੱਕ ਵਾਰ ਸੋਚਣ ਦਾ ਸਮਾਂ ਆਇਆ ਕਿ ਕੀ ਵਾਕਈ ਸਾਡੇ ਦੇਸ਼ ਦੇ ਸ਼ਹੀਦਾਂ ਨੇ ਅਜਿਹੀ ਆਜ਼ਾਦੀ ਦਾ ਸੁਪਨਾ ਲਿਆ ਸੀ। ਅੱਜ ਮੇਰੇ ਦੇਸ਼ ਦਾ ਕਿਸਾਨ ਪਿਛਲੇ 8-9 ਮਹੀਨਿਆਂ ਤੋਂ ਆਪਣੀਆਂ ਮੰਗਾਂ ਲਈ ਦਿੱਲੀ ਬਾਰਡਰ ਤੇ ਬੈਠਾ ਹੈ। ਮੇਰੇ ਦੇਸ਼ ਦਾ ਮਜ਼ਦੂਰ ਅੱਤ ਗਰੀਬੀ ਦੇ ਚੱਲਦਿਆਂ ਮਹਿੰਗੇ ਇਲਾਜ ਦੇ ਹੁੰਦਿਆਂ ਹੋਇਆਂ ਇਲਾਜ ਖਣੋਂ ਮਰ ਰਿਹਾ ਹੈ। ਮੇਰੇ ਦੇਸ਼ ਦਾ ਨੌਜਵਾਨ ਬੇਰੁਜ਼ਗਾਰੀ ਦੇ ਆਲਮ ਦੇ ਵਿੱਚ ਸੁਸਾਈਡ ਕਰ ਰਿਹਾ ਹੈ। ਕਿਤੇ ਉਹ ਨਸ਼ਿਆਂ ਦੀ ਗਲਤ ਵਿੱਚ ਗਰਕ ਹੋ ਰਿਹਾ ਹੈ, ਕਿਤੇ ਉਹ ਗਲਤ ਰਸਤੇ ਤੇ ਭਟਕ ਰਿਹਾ ਮੇਰੇ ਦੇਸ਼ ਦਾ ਨੌਜਵਾਨ। ਸਾਥੀਓ, ਮੇਰੇ ਦੇਸ਼ ਦੇ ਸ਼ਹੀਦਾਂ ਨੇ ਅਜਿਹੇ ਆਜ਼ਾਦ ਭਾਰਤ ਦਾ ਸੁਪਨਾ ਨਹੀਂ ਸੀ ਲਿਆ। ਭਗਤ ਸਿੰਘ ਨੇ ਕਿਹਾ ਸੀ ਕਿ ਮੈਂ ਇੱਕ ਇਹੋ ਜਿਹੇ ਦੇਸ਼ ਦੀ ਸਥਾਪਨਾ ਕਰਨੀ ਚਾਹੁੰਦਾ ਜਿਹਦੇ ਵਿੱਚ ਮਨੁੱਖ ਤੋਂ ਮਨੁੱਖ ਦੀ ਲੁੱਟ ਨਾ ਹੋਵੇ, ਜਿੱਥੇ ਇੱਕ ਧਰਮ ਦੂਜੇ ਧਰਮ ਦਾ ਪਿਆਸਾ ਹੋਣ ਦਾ ਪਿਆਸਾ ਨਾ ਹੋਵੇ, ਜਿੱਥੇ ਸਭ ਨੂੰ ਬਰਾਬਰੀ ਦੇ ਅਧਿਕਾਰ ਮਿਲਣ। ਭਗਤ ਸਿੰਘ ਨੇ ਕਿਹਾ ਸੀ ਕਿ ਮੈਂ ਇੱਕ ਸ਼ੋਸ਼ਣ ਰਹਿਤ ਸਮਾਜ ਦੀ ਸਥਾਪਨਾ ਕਰਨੀ ਚਾਹੁੰਦਾ। ਤੇ ਅੱਜ ਅਸੀਂ ਵੇਖ ਰਹੇ ਹਾਂ ਕਿ ਅਸੀਂ ਉਹ ਸਮਾਜ ਤੋਂ ਕੋਹਾਂ ਦੂਰ ਹਾਂ। ਅੱਜ ਦੇ ਨੌਜਵਾਨ ਅੱਜ ਤਿਰੰਗਾ ਲੈ ਕੇ ਹਰ ਪਿੰਡ ਹਰ ਗਲੀ ਇਹ ਅਹਿਦ ਲੈ ਕੇ ਨਿਕਲੇ ਨੇ ਕਿ ਅਸੀਂ ਇਸ ਦੇਸ਼ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨੇ ਦਾ ਦੇਸ਼ ਬਣਾਵਾਂਗੇ। कि जो ये लोग तिरंगा यात्रा निकाल रहे हैं ना भाई साहब, इनको नैतिक तौर पर तिरंगा उठाने का अधिकार ही नहीं, अगर देखा जाए तो। जो भी तथाकथित आपने जो मैं बताया कि बीजेपी वाले, देखिए सर, जिन्होंने इनकी जो मेन इनकी मदर कंसर्न है ना वो आरएसएस है, और आरएसएस का नागपुर में हेडक्वार्टर है, और 52 सालों तक उन्होंने कभी तिरंगा वहाँ नहीं लहराया। उसके बाद लाल कृष्ण आडवाणी के टाइम में आपको याद होगा कि एक कारगिल युद्ध हुआ था। उस कारगिल युद्ध में 99 में 1998-99 के आसपास 99 में हुआ था कारगिल युद्ध। तो उसमें तब होम मिनिस्टर लाल कृष्ण आडवाणी थे, और उस टाइम एक ताबूत घोटाला हुआ था जिसमें शहीदों की लाशें डलकर घरों तक आती थी, और मेरे पंजाब और हरियाणा की सबसे ज़्यादा लाशें तब वहाँ से आई थी शहीदों की। और बड़ी शर्म की बात है, जो तथाकथित लोग आज तिरंगा यात्रा निकाल रहे हैं ना, तो ये ताबूतों में से पैसे खा गए थे, जिसको ताबूत घोटाला कहा जाता है। और उन ताबूतों के ऊपर तिरंगा लहराकर घरों में आया था। और इन लोगों को शर्म से मर जाना चाहिए कि इन्होंने तो शहीदों के ताबूतों में से भी पैसे खाए हैं, ये किस मुंह से तिरंगा उठा रहे हैं।